ਪੰਜਾਬ ਦੇ ਵਿੱਚ ਕਰੋਨਾ ਦੀਆਂ ਨਵੀਆਂ ਪਾਬੰਦੀਆਂ ਮੁੜ ਤੋਂ ਲੱਗ ਗਈਆਂ ਨੇ। ਮੁੜ ਤੋਂ ਤੁਹਾਨੂੰ ਮਾਸਕ ਪਾਉਣਾ ਪਊਗਾ। ਕਿੱਥੇ ਪਾਉਣਾ ਪਊਗਾ ਇਹ ਤੁਸੀਂ ਡਿਟੇਲ ਦੇ ਵਿੱਚ ਅੱਗੇ ਬੁਲੇਟਿਨ ਦੇ ਵਿੱਚ ਸੁਣ ਲਿਓ। ਪਾਕਿਸਤਾਨ ਤੋਂ ਥੋੜੀ ਨਿਰਾਸ਼ ਕਰਨ ਵਾਲੀ ਖਬਰ ਹੈ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਉਸ ਦੀ ਇੱਕ ਛੱਤ ਢਹਿ ਗਈ ਹੈ। ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਗੂੰਜ ਪਾ ਦਿੱਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਨ ਦੀ ਸੱਦਰ ਪੂਰੀ ਹੋ ਗਈ ਹੈ। ਪੰਜਾਬ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਫਾਰਮੂਲਾ ਲਾਗੂ ਹੋ ਗਿਆ ਹੈ। ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਤਾਂ ਸਰਕਾਰ ਨੇ ਤੁਰੰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਦੋ ਅਜਿਹੀਆਂ ਵੱਡੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਹੋਈ ਪਈ ਹੈ, ਹਸਪਤਾਲਾਂ ਦੇ ਵਿੱਚ ਦਾਖਲ ਨੇ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਖਬਰਾਂ। ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ। ਸ਼ਨੀਚਰਵਾਰ ਨੂੰ ਪੰਜਾਬ ਦੇ ਗ੍ਰਹਿ ਵਿਭਾਗ ਨੇ ਪੰਜਾਬੀਆਂ ਨੂੰ ਝਟਕਾ ਦਿੰਦੇ ਹੋਏ ਮੁੜ ਤੋਂ ਕਰੋਨਾ ਦੀਆਂ ਪਾਬੰਦੀਆਂ ਲਾ ਦਿੱਤੀਆਂ ਨੇ। ਕਰੋਨਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਦੇ ਤਹਿਤ ਪੰਜਾਬ ਦੇ ਸਾਰੇ ਵਿਦਿਅਕ ਅਦਾਰੇ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰ, ਇੰਡੋਰ ਤੇ ਆਊਟਡੋਰ ਇਕੱਠ ਜਿਹੜੇ ਵੀ ਹੋਣਗੇ ਉੱਥੇ ਮਾਸਕ ਪਹਿਨਣਾ ਲਾਜ਼ਮੀ ਹੋਏਗਾ। ਹਾਲਾਂਕਿ ਜੁਰਮਾਨਾ ਹਾਲੇ ਨਹੀਂ ਐਲਾਨਿਆ ਗਿਆ ਪਰ ਮਾਸਕ ਪਹਿਨਣਾ ਸਭ ਦੇ ਲਈ ਲਾਜ਼ਮੀ ਹੋਵੇਗਾ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਜਨਤਕ ਥਾਵਾਂ ਤੇ ਥੁੱਕਣਾ ਬਿਲਕੁਲ ਹੀ ਮਨਾ ਹੈ। ਕਰੋਨਾ ਦੇ ਲੱਛਣ ਦਿਸਣ ਤਾਂ ਕਰੋਨਾ ਦਾ ਟੈਸਟ ਜ਼ਰੂਰ ਕਰਵਾਓ ਤੇ ਜਿਹੜਾ ਟੈਸਟ ਲੋਕ ਕਰਵਾਉਣਗੇ ਉਹਦੀ ਨੈਗੇਟਿਵ ਜਾਂ ਪੋਜ਼ਿਟਿਵ ਰਿਪੋਰਟ ਹੈ ਜਿਹੜੀ ਉਹ ਹਸਪਤਾਲ ਜਾਂ ਫਿਰ ਲੈਬਸ ਉਹ ਸਰਕਾਰ ਦੀ ਜਿਹੜੀ ਇੱਕ ਐਪ ਹੈ ਕੋਵਾ ਪੋਰਟਲ ਹੈ ਉਸ ਦੇ ਉੱਤੇ ਜ਼ਰੂਰ ਅਪਲੋਡ ਕੀਤਾ ਜਾਵੇ। ਜੇ ਕਿਸੇ ਨੇ ਹਾਲੇ ਤੱਕ ਵੀ ਕਰੋਨਾ ਦਾ ਦੂਜਾ ਟੀਕਾ ਨਹੀਂ ਲਗਵਾਇਆ ਤਾਂ ਉਹ ਜ਼ਰੂਰ ਸਮੇਂ ਸਿਰ ਲਗਵਾ ਲਵੇ। ਦੂਸਰੀ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਆਖਿਰਕਾਰ ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਕਰ ਦਿੱਤੀ ਹੈ। ਨਵਾਂ ਕਾਨੂੰਨ ਬਣ ਚੁੱਕਿਆ ਹੈ। ਪੰਜਾਬ ਦੇ ਵਿੱਚ ਹੁਣ ਇੱਕ ਲੀਡਰ ਚਾਹੇ ਜਿੰਨੀ ਵਾਰੀ ਮਰਜ਼ੀ ਵਿਧਾਇਕ ਬਣਿਆ ਹੋਵੇ, ਚਾਹੇ 10 ਵਾਰੀ, 5 ਵਾਰੀ, 2 ਵਾਰੀ, ਪਰ ਉਸ ਨੂੰ ਸਾਬਕਾ ਹੋਣ ਤੇ ਸਿਰਫ ਇੱਕ ਵਾਰੀ ਦੀ ਹੀ ਪੈਨਸ਼ਨ ਮਿਲੇਗੀ। ਜਦਕਿ ਪਹਿਲਾਂ ਜਿੰਨੀ ਵਾਰੀ ਵਿਧਾਇਕ ਬਣਦਾ ਸੀ ਉਨੀ ਵਾਰੀ ਦੀ ਪੈਨਸ਼ਨ ਹੈ ਜਿਹੜੀ ਉਹ ਜੁੜਦੀ ਰਹਿੰਦੀ ਸੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਖਿਰਕਾਰ ਸਰਕਾਰ ਦੇ ਇਸ ਬਿੱਲ ਨੂੰ ਮਨਜ਼ੂਰ ਕਰ ਲਿਆ ਹੈ ਜਿਸ ਤੋਂ ਬਾਅਦ ਸਰਕਾਰ ਨੇ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕੀਤਾ ਹੈ, ਕਹਿੰਦੇ ਮੈਨੂੰ ਪੰਜਾਬੀਆਂ ਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਰਾਜਪਾਲ ਸਾਹਿਬ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਵਾਲੇ ਗਜ਼ਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਦੇ ਨਾਲ ਲੋਕਾਂ ਦੇ ਟੈਕਸ ਦਾ ਕਾਫੀ ਪੈਸਾ ਬਚੇਗਾ। ਉਦਾਸ ਕਰਨ ਵਾਲੀ ਖਬਰ ਪਾਕਿਸਤਾਨ ਦੇ ਗੁਜਰਾਂਵਾਲਾ ਤੋਂ ਆਈ ਹੈ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੱਦੀ ਘਰ ਹੈ, ਜੱਦੀ ਹਵੇਲੀ ਹੈ ਜਿੱਥੇ ਮਹਾਰਾਜੇ ਦਾ ਜਨਮ ਹੋਇਆ ਸੀ। ਉਸ ਜੱਦੀ ਹਵੇਲੀ ਦੀ ਇੱਕ ਛੱਤ ਡਿੱਗ ਗਈ ਹੈ ਤੇ ਪਾਕਿਸਤਾਨ ਸਰਕਾਰ ਦੀ ਲਗਾਤਾਰ ਅਣਗਹਿਲੀ ਕਰਕੇ ਇਹ ਹੋਇਆ ਲੱਗਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਅਧਿਕਾਰੀ ਇਸ ਥਾਂ ਤੇ ਗਏ ਸਨ ਤੇ ਇਸ ਇਮਾਰਤ ਨੂੰ ਇਤਿਹਾਸਿਕ ਸੈਰ ਸਪਾਟਾ ਸਥਾਨ ਵਿੱਚ ਤਬਦੀਲ ਕਰਨ ਲਈ ਸੁਰੱਖਿਅਤ ਐਲਾਨਿਆ ਸੀ। ਬਾਵਜੂਦ ਇਸ ਦੇ ਸ਼ੇਰੇ ਪੰਜਾਬ ਦੀ ਹਵੇਲੀ ਦਾ ਇੱਕ ਹਿੱਸਾ ਢਹਿ ਢੇਰੀ ਹੋ ਗਿਆ। ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਹਵੇਲੀ ਦਾ ਦੌਰਾ ਕੀਤਾ ਸੀ ਤੇ ਇਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਇਮਾਰਤ ਐਲਾਨ ਦਿੱਤਾ ਸੀ ਤੇ ਇਸ ਨੂੰ ਅਣਗਹਿਲੀ ਨਾ ਕਹੀਏ ਤਾਂ ਹੋਰ ਕੀ ਕਹੀਏ। ਜੇ ਦੌਰਾ ਕੀਤਾ, ਨਿਰੀਖਣ ਕੀਤਾ, ਪਤਾ ਹੀ ਨਹੀਂ ਲੱਗਿਆ ਕਿ ਛੱਤ ਡਿੱਗਣ ਵਾਲੀ ਹੈ। ਹੁਣ ਜ਼ਰੂਰ ਪਾਕਿਸਤਾਨ ਸਰਕਾਰ ਨੂੰ ਇਹ ਪਹਿਲ ਦੇ ਆਧਾਰ ਤੇ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੀ ਸਾਂਭ ਸੰਭਾਲ ਦੇ ਲਈ ਇਸ ਨੂੰ ਮੁਰੰਮਤ ਕਰਵਾ ਕੇ ਸੁਰੱਖਿਅਤ ਰੱਖਣਾ ਚਾਹੀਦਾ ਹੈ। ਤੇ ਥੋੜੇ ਦਿਨ ਪਹਿਲਾਂ ਜਦੋਂ ਅਧਿਕਾਰੀਆਂ ਨੇ ਦੌਰਾ ਕੀਤਾ ਸੀ ਤਾਂ ਉਸ ਵਕਤ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਇਸ ਇਮਾਰਤ ਨੂੰ, ਇਸ ਹਵੇਲੀ ਨੂੰ ਖਾਸ ਕਰਕੇ ਭਾਰਤ ਤੋਂ ਆਏ ਸਿੱਖਾਂ ਦੇ ਲਈ, ਸੈਲਾਨੀਆਂ ਦੇ ਲਈ ਖੋਲ ਦਿੱਤਾ ਜਾਏਗਾ। ਹਾਲਾਂਕਿ ਸਾਰੇ ਜਾ ਸਕਦੇ ਨੇ ਪਰ ਜੋ ਵੀ ਪੰਜਾਬ ਤੋਂ ਆਏਗਾ, ਭਾਰਤ ਤੋਂ ਆਏਗਾ, ਉਸ ਨੂੰ ਜ਼ਰੂਰ ਇਸ ਦੇ ਵਿੱਚ ਜਾਣ ਦਾ ਮੌਕਾ ਮਿਲੇਗਾ, ਵਿਜ਼ਿਟ ਕਰਨ ਦਾ ਮੌਕਾ ਮਿਲੇਗਾ। ਵੱਡੇ ਸਿੱਖ ਰਾਜ ਦੇ ਬਾਦਸ਼ਾਹ, ਪਹਿਲੇ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਇਸੇ ਘਰ ਦੇ ਵਿੱਚ ਹੋਇਆ ਸੀ। ਦੁਨੀਆ ਭਰ ਦੇ ਸਿੱਖਾਂ ਦੇ ਲਈ ਇਹ ਹਵੇਲੀ ਬਹੁਤ ਮਹੱਤਵ ਰੱਖਦੀ ਹੈ, ਬਹੁਤ ਹੀ ਮਾਣਮੱਤਾ ਇਸ ਦਾ ਇਤਿਹਾਸ ਹੈ। 15 ਅਗਸਤ ਨੂੰ ਦੇਸ਼ ਵੰਡ ਦੀ 75ਵੀਂ ਵਰ੍ਹੇਗੰਢ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਖਿਲਾਫ ਪੂਰੇ ਪੰਜਾਬ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ। ਡੀਸੀ ਦੇ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ। ਹਰ ਇੱਕ ਜ਼ਿਲ੍ਹੇ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਨੇ। ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ਼ੁਰੂ ਹੋਏ ਰੋਸ ਮਾਰਚ ਵਿੱਚ ਐਸਜੀਪੀਸੀ ਮੈਂਬਰ, ਕਰਮਚਾਰੀ ਤੇ ਹੋਰ ਸਿੱਖ ਸ਼ਾਮਿਲ ਹੋਏ। ਪ੍ਰਦਰਸ਼ਨਕਾਰੀਆਂ ਨੇ ਰੋਸ ਵਜੋਂ ਕਾਲੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰਦੇ ਬੈਨਰ ਤੇ ਤਖਤੀਆਂ ਚੁੱਕੇ ਹੋਏ ਸਨ। ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਉਹਨਾਂ ਨੇ ਨਾਅਰੇ ਵੀ ਲਾਏ। ਐਸਜੀਪੀਸੀ ਪ੍ਰਧਾਨ ਧਾਮੀ ਨੇ
ਸਰਕਾਰ ਨੂੰ ਯਾਦ ਕਰਵਾਇਆ ਕਿ ਯਾਦ ਰੱਖੋ ਮੁਲਕ ਦੀ ਆਜ਼ਾਦੀ ਵਿੱਚ ਸਿੱਖਾਂ ਨੇ ਕਿੰਨਾ ਯੋਗਦਾਨ ਪਾਇਆ ਹੈ, 90% ਤੋਂ ਵੱਧ ਯੋਗਦਾਨ ਪਾਇਆ ਹੈ। ਉਹਨਾਂ ਨੇ ਸਰਕਾਰ ਨੂੰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਉਹ ਵਾਅਦੇ ਵੀ ਯਾਦ ਕਰਵਾਏ ਜੋ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਸੀ। ਧਾਮੀ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਦੁਹਰਾਈ ਹੈ ਤੇ ਰੋਸ ਮਾਰਚ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ 5-7 ਦਿਨਾਂ ਬਾਅਦ ਦੇਸ਼ ਦੇ ਰਾਸ਼ਟਰਪਤੀ ਕੋਲ ਵੀ ਇਹ ਮੰਗ ਲਿਜਾਣ ਦਾ ਦਾਅਵਾ ਕੀਤਾ ਹੈ। ਅੱਜ ਆਪਾਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹਨਾਂ ਪੂਰਬਲਿਆਂ ਦੇ ਜਿਨ੍ਹਾਂ ਨੇ ਆਪਣੀ ਲਹੂ ਤੇ ਮਿੱਝ ਦੇ ਨਾਲ ਇਹਨੂੰ ਸਿੱਝਿਆ। ਆਜ਼ਾਦੀ ਮਿੱਤਰੋ ਅੰਦਰੋਂ ਫੀਲ ਕਰਦਾ ਬੰਦਾ, ਅੰਦਰੋਂ ਮਨੁੱਖ ਦੇ ਅੰਦਰ ਖੁਸ਼ੀ ਆਉਂਦੀ ਆ, ਪਰ ਜੇ ਬੇਇਨਸਾਫੀਆਂ ਦਾ ਦੌਰ ਚੱਲਦਾ ਰਹੇ ਫਿਰ ਅੰਦਰਲੀ ਖੁਸ਼ੀ ਵੀ ਕਈ ਵਾਰੀ ਮੱਧਮ ਪੈ ਜਾਂਦੀ ਆ। ਸਾਡੇ ਨਾਲ 2019 ਦੇ ਵਿੱਚ ਪਵਿੱਤਰ ਸੁਲਤਾਨਪੁਰ ਦੀ ਧਰਤੀ ਤੇ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਇਹ ਵਾਅਦਾ ਕੀਤਾ ਸੀ ਕਿ ਮੈਂ 9 ਸਿੱਖ ਜਿਹੜੇ ਲੰਬੇ ਅਰਸੇ ਤੋਂ ਜੇਲ੍ਹਾਂ 'ਚ ਬੈਠੇ ਰਿਹਾ ਕਰੂੰਗਾ। ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਇਹਨਾਂ ਦੀ ਜਿਹੜੀ ਮੌਤ ਦੀ ਸਜ਼ਾ ਉਹਨੂੰ ਮੈਂ ਮਾਫ ਕਰੂੰਗਾ, ਰਿਲੈਕਸੇਸ਼ਨ ਦਊਂਗਾ। ਪਰ ਅੱਜ 3 ਸਾਲ ਹੋ ਗਏ, ਅਸੀਂ ਕਾਨੂੰਨੀ ਲੜਾਈ ਵੀ 14 ਤੋਂ ਲੜ ਰਹੇ ਹਾਂ। ਕਈ ਵਾਰੀ ਸਾਡੇ ਵੀ ਭਰਮ ਭੁਲੇਖੇ ਪਾ ਦਿੰਦੇ ਆ ਵੀ ਜੀ ਰੋਟੀਆਂ ਸਿਆਸੀ ਲਾਪੈ ਸੇਕਣ, ਕੋਈ ਰੋਟੀਆਂ ਨਹੀਂ ਸੇਕਦੇ। ਮੁਲਕ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ 22 ਬੰਦੀ ਸਿੰਘ ਨਜ਼ਰਬੰਦ ਨੇ ਜਿਹੜੇ ਕਿ ਹੁਣ ਰਿਹਾ ਹੋਣੇ ਚਾਹੀਦੇ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਰਿਹਾਈ ਦੀ ਮੰਗ ਹੈ ਜਿਹੜੀ ਉੱਠਦੀ ਰਹੀ ਹੈ। ਦੂਜੀ ਤਸਵੀਰ ਅਸੀਂ ਤੁਹਾਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਵੀ ਦਿਖਾਉਂਦੇ ਹਾਂ, ਜਿੱਥੇ ਐਸਜੀਪੀਸੀ ਮੈਂਬਰਾਂ ਨੇ ਉਸੇ ਤਰ੍ਹਾਂ ਕਾਲੀਆਂ ਦਸਤਾਰਾਂ ਬੰਨ੍ਹ ਕੇ, ਬੀਬੀਆਂ ਨੇ ਸਿਰ ਤੇ ਕਾਲੇ ਦੁਪੱਟੇ ਲੈ ਕੇ ਰੋਸ ਮਾਰਚ ਕੱਢਿਆ ਤੇ ਮੋਹਾਲੀ ਦੇ ਡੀਸੀ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਮੋਹਾਲੀ ਤੋਂ ਐਸਜੀਪੀਸੀ ਮੈਂਬਰ ਬੀਬੀ ਪਰਮਿੰਦਰ ਕੌਰ ਲਾਂਡਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਾਫੀ ਤਿੱਖੇ ਨਿਸ਼ਾਨੇ ਲਾਏ, ਵਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਦੇਣ ਲਈ ਕੇਜਰੀਵਾਲ ਵੀ ਕਸੂਰਵਾਰ ਨੇ। ਬੀਬੀ ਲਾਂਡਰਾ ਕਾਂਗਰਸੀ ਲੀਡਰ ਤੇ ਐਮਪੀ ਰਵਨੀਤ ਬਿੱਟੂ ਤੇ ਵੀ ਵਰੇ, ਕਹਿੰਦੇ ਬਿੱਟੂ ਬਿਨਾਂ ਵਜ੍ਹਾ ਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰ ਰਿਹਾ ਹੈ। ਜਦੋਂ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾਂਦੇ ਨੇ ਉਦੋਂ ਤਾਂ ਉਹਨਾਂ ਨੂੰ ਕਹਿੰਦੇ ਕੋਈ ਇਤਰਾਜ਼ ਨਹੀਂ ਹੁੰਦਾ ਤੇ ਫਿਰ ਬੰਦੀ ਸਿੰਘਾਂ ਨੂੰ ਰਿਹਾ ਕਰਨ ਤੇ ਇਤਰਾਜ਼ ਕਿਉਂ ਹੈ। ਇਸੇ ਤਰ੍ਹਾਂ ਗਰੇਵਾਲ ਫੈਡਰੇਸ਼ਨ ਨੇ ਵੀ ਇਸ 75ਵੇਂ ਆਜ਼ਾਦੀ ਦਿਹਾੜੇ ਨੂੰ ਵੱਖਰੇ ਢੰਗ ਨਾਲ ਮਨਾਇਆ। ਐਸਜੀਪੀਸੀ ਮੈਂਬਰ ਅਤੇ ਫੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਮੁਲਕ ਦੀ ਆਜ਼ਾਦੀ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਕਿਉਂ ਭੁਲਾਇਆ ਗਿਆ ਹੈ। ਉਹਨਾਂ ਦੀ ਸ਼ਹਾਦਤ ਨੂੰ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਜਾਣ ਬੁੱਝ ਕੇ ਯਾਦ ਨਹੀਂ ਕੀਤਾ ਜਾਂਦਾ। ਹਾਕਮ ਤੇ ਨਿਸ਼ਾਨਾ ਕੱਸਦਿਆਂ ਗਰੇਵਾਲ ਨੇ ਕਿਹਾ ਕਿ ਚਰਖੇ ਚਲਾਉਣ ਵਾਲੇ ਮਹਾਨ ਹੋ ਗਏ ਤੇ ਫਾਂਸੀਆਂ ਤੇ ਚੜਨ ਵਾਲੇ ਗੁੰਮਨਾਮ ਹੋ ਗਏ। ਉਹਨਾਂ ਇਹ ਵੀ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਹੇਠ ਵੀ ਸਿਆਸੀ ਰੋਟੀਆਂ ਹੀ ਸੇਕੀਆਂ ਜਾ ਰਹੀਆਂ ਨੇ। ਕਿ ਇਸ ਦੇਸ਼ ਦੇ ਜਿਹੜੇ ਮਹਾਤਮਾ ਕਹਿਣ ਵਾਲੇ ਲੋਕ ਜਿਹੜੇ ਆ, ਜਿਹਨੂੰ ਬਾਪੂ ਗਾਂਧੀ ਕਿਹਾ ਜਾਂਦਾ, ਉਹਨਾਂ ਦੀਆਂ ਕੁਰਬਾਨੀਆਂ ਸਿਰਫ ਡਾਂਡੀ ਮਾਰਚ ਤੇ ਇੱਕ ਕਹਿੰਦੇ ਨੂਨ ਦਾ ਡਲਾ ਤੋੜਨ ਦੇ ਕਰਕੇ ਮਹਾਨ ਹੋ ਗਏ। ਜਿਨ੍ਹਾਂ ਲੋਕਾਂ ਨੇ ਕਾਂਗਰਸ ਦੇ ਨਾਲ ਰਲ ਕੇ ਉਹਨਾਂ ਦੇ ਨਾਲ ਸਮਝੌਤੇ ਤਹਿਤ ਇਹ ਸਾਰਾ ਕੁਝ ਕੀਤਾ ਤੇ ਉਹ ਅੱਜ ਮਹਾਨ ਨੇ, ਤੇ ਜਿਹੜੇ ਫਾਂਸੀਆਂ ਤੇ ਚੜੇ ਉਹ ਅੱਜ ਗੁਮਨਾਮ ਨੇ। ਕਾਲੇ ਪਾਣੀਆਂ ਦੀਆਂ ਜੇਲ੍ਹਾਂ ਦੇ ਵਿੱਚ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲਿਆਂ ਨੂੰ ਕੋਈ ਯਾਦ ਨਹੀਂ ਕਰ ਰਿਹਾ ਤੇ ਪਰ ਉੱਥੋਂ ਮਾਫੀਆਂ ਮੰਗਣ ਵਾਲੇ ਅੱਜ ਇਸ ਦੇਸ਼ ਦੇ ਨਾਇਕ ਨੇ। ਸੋ ਇਸ ਦਰਦ ਨੂੰ ਲੈ ਕੇ ਅੱਜ ਅਸੀਂ ਇੱਥੇ ਆਏ ਹਾਂ, ਜਿੱਥੇ ਅਸੀਂ ਆਪਣੇ ਮਨ ਦੀ, ਰੂਹ ਦੀ ਕਹਿੰਦੇ ਹੁੰਦੇ ਆ ਸ਼ਾਂਤੀ ਲਈ ਆ, ਰੂਹ ਦੀ ਖੁਰਾਕ ਲਈ ਆ। ਉੱਥੇ ਅਸੀਂ ਦੁਨੀਆ ਦੇ ਅੰਦਰ ਇਸ ਗੱਲ ਨੂੰ ਉਜਾਗਰ ਵੀ ਕਰਨਾ ਚਾਹੁੰਦੇ ਹਾਂ ਕਿ ਇਸ ਹਿੰਦੁਸਤਾਨ ਦੇ ਲੋਕ ਦੇਖਣ ਕਿ ਅੱਜ 75ਵੀਂ ਵਰ੍ਹੇਗੰਢ ਕਿੰਨਾ ਲੋਕਾਂ ਦੇ ਕਰਕੇ ਆਈ ਆ। ਇਸ ਕਰਕੇ ਅੱਜ ਇਸ ਧਰਤੀ ਤੇ ਨਮਸਕਾਰ ਕਰਨਾ। ਭਾਰਤ ਦੇ ਪ੍ਰਸਿੱਧ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਬੇਹੱਦ ਗੰਭੀਰ ਹੈ। ਹਸਪਤਾਲ ਦੇ ਵਿੱਚ ਭਰਤੀ ਨੇ ਅਤੇ ਵੈਂਟੀਲੇਟਰ ਤੇ ਨੇ। ਲਗਾਤਾਰ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਰਾਜੂ ਸ੍ਰੀਵਾਸਤਵ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਏਮਸ ਤੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਵੈਂਟੀਲੇਟਰ ਤੇ ਨੇ। ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਸਟੈਂਡ ਅਪ ਕਾਮੇਡੀਅਨ ਦੀ ਉਮਰ 58 ਸਾਲ ਹੈ। ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਦੀ ਐਂਜੀਓਪਲਾਸਟੀ ਵੀ ਕੀਤੀ ਗਈ ਹੈ। ਸ੍ਰੀਵਾਸਤਵ ਦੀ ਹਾਲਤ ਨਾਜ਼ੁਕ ਹੀ ਦੱਸੀ ਜਾ ਰਹੀ ਹੈ। ਜਦੋਂ ਤੋਂ ਹਸਪਤਾਲ 'ਚ ਭਰਤੀ ਨੇ ਉਹਨਾਂ ਨੂੰ ਹੋਸ਼ ਹੀ ਨਹੀਂ ਆਈ। ਉਧਰ ਅਮਰੀਕਾ ਦੇ ਨਿਊਯਾਰਕ ਤੋਂ ਵੀ ਇਸੇ ਤਰ੍ਹਾਂ ਦੀ ਖਬਰ ਹੈ। ਨਿਊਯਾਰਕ ਸਿਟੀ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਇੱਕ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਕੀਤੇ ਹਮਲੇ ਵਿੱਚ ਜ਼ਖਮੀ ਹੋਏ ਅੰਗਰੇਜ਼ੀ ਦੇ ਉੱਘੇ ਲੇਖਕ ਸਲਮਾਨ ਰਸ਼ਦੀ ਵੀ ਵੈਂਟੀਲੇਟਰ ਤੇ ਨੇ। ਉਹਨਾਂ ਦੀ ਇੱਕ ਅੱਖ ਕਹਿੰਦੇ ਹਮੇਸ਼ਾ ਲਈ ਜਾ ਸਕਦੀ ਹੈ। ਉਹਨਾਂ ਦੀ ਗਰਦਨ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਕੁੱਟਮਾਰ ਵੀ ਕੀਤੀ ਗਈ ਸੀ ਤੇ ਉਹਨਾਂ ਦੇ ਜਿਗਰ ਦੀ ਹਾਲਤ ਵੀ ਖਰਾਬ ਦੱਸੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਟੇਜ ਤੇ ਉਹਨਾਂ ਤੇ ਹਮਲਾ ਹੋਇਆ ਤੇ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੂੰ ਕਹਿੰਦੇ ਧਮਕੀਆਂ ਵੀ ਮਿਲ ਰਹੀਆਂ ਸਨ। ਇਹ ਧਮਕੀਆਂ ਉਹਨਾਂ ਨੂੰ ਉਹਨਾਂ ਦੀ ਲਿਖੀ ਹੋਈ ਕਿਤਾਬ ਦਾ ਸੈਨੇਟਿਕ ਵਰਸਿਸ ਲਿਖਣ ਤੋਂ ਬਾਅਦ ਮਿਲ ਰਹੀਆਂ ਸਨ। ਇਸ ਕਿਤਾਬ ਦੇ ਵਿੱਚ ਉਹਨਾਂ ਨੇ ਮੁਸਲਿਮ ਭਾਈਚਾਰੇ ਦੇ ਬਾਰੇ ਲਿਖਿਆ ਹੈ। ਮੁਸਲਿਮ ਗ੍ਰੰਥਾਂ ਦੇ ਵਿੱਚ ਜੋ ਕੁਝ ਕੁਰਾਨ ਦੀਆਂ ਆਇਤਾਂ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਹੋਈ, ਜਿਸ ਤੋਂ ਬਾਅਦ ਮੁਸਲਿਮ ਭਾਈਚਾਰੇ ਨੂੰ ਲਗਾਤਾਰ ਇਤਰਾਜ਼ ਹੈ।
ਪੰਜਾਬ ਸਰਕਾਰ ਨੂੰ ਝਟਕਾ ਦੇਣ ਵਾਲੀਆਂ ਖਬਰਾਂ ਨੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਜ਼ਾਦੀ ਮੌਕੇ ਦਿੱਤੇ ਜਾਣ ਵਾਲੇ ਸਟੇਟ ਪੁਰਸਕਾਰ ਨੂੰ ਲੈਣ ਤੋਂ ਨਾ ਕਰ ਦਿੱਤੀ ਹੈ। ਸਰਕਾਰ ਨੇ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਅਤੇ ਇੱਕ ਸਰਕਾਰੀ ਹਸਪਤਾਲ ਨੂੰ ਆਯੁਸ਼ਮਾਨ ਸਕੀਮ ਤਹਿਤ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ, ਪਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਪਰਮਜੀਤ ਮਾਨ ਨੇ ਕਿਹਾ ਹੈ ਕਿ ਹਸਪਤਾਲਾਂ ਦੀ ਬਕਾਇਆ ਅਦਾਇਗੀ, ਚਾਹੇ ਉਹ ਕਿਸੇ ਵੀ ਸਕੀਮ ਤਹਿਤ ਮੁਫਤ ਇਲਾਜ ਦੀ ਹੋਵੇ, ਬਕਾਇਆ ਹੋਵੇ, ਜਦੋਂ ਤੱਕ ਉਹ ਅਦਾ ਨਹੀਂ ਕੀਤੀ ਜਾਂਦੀ, ਸਾਨੂੰ ਸਰਕਾਰ ਦਾ ਕੋਈ ਵੀ ਸਨਮਾਨ ਮਨਜ਼ੂਰ ਨਹੀਂ ਹੈ। ਡਾਕਟਰ ਪਰਮਜੀਤ ਮਾਨ ਨੇ ਦੱਸਿਆ ਕਿ ਸਟੇਟ ਹੈਲਥ ਏਜੰਸੀ ਦੇ ਵੱਲੋਂ ਹਰ ਜ਼ਿਲ੍ਹੇ ਦੇ ਡੀਸੀ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਹਰ ਜ਼ਿਲ੍ਹੇ ਦੇ ਸਭ ਤੋਂ ਵੱਧ ਕੰਮ ਕਰਨ ਵਾਲੇ ਇੱਕ ਸਰਕਾਰੀ ਜਾਂ ਇੱਕ ਪ੍ਰਾਈਵੇਟ ਹਸਪਤਾਲ ਨੂੰ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ ਕੀਤਾ ਜਾਵੇ, ਪਰ ਸਰਕਾਰ ਹਸਪਤਾਲਾਂ ਦੀ 300 ਕਰੋੜ ਦੀ ਅਦਾਇਗੀ ਕਰਨ ਤੋਂ ਟਾਲਾ ਵੱਟਦੀ ਆ ਰਹੀ ਹੈ। ਜਦਕਿ ਪੀਜੀਆਈ ਦੀ ਜਿਹੜੀ ਬਕਾਇਆ ਰਾਸ਼ੀ ਸੀ ਉਹਦਾ ਤਾਂ 60% ਦੀ ਭੁਗਤਾਨ ਕਰ ਦਿੱਤਾ ਗਿਆ, ਪਰ ਪ੍ਰਾਈਵੇਟ ਹਸਪਤਾਲ ਨੇ ਜਿਹੜੇ ਪੰਜਾਬ ਦੇ ਉਹਨਾਂ ਦਾ ਸਿਰਫ 10 ਤੋਂ 15% ਦੀ ਭੁਗਤਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਭੁਗਤਾਨ ਨਹੀਂ ਹੁੰਦਾ ਅਸੀਂ ਇਹ ਪੁਰਸਕਾਰ ਨਹੀਂ ਲਵਾਂਗੇ ਤੇ ਨਾ ਹੀ ਸਾਨੂੰ ਚਾਹੀਦੇ ਨੇ। ਇਸ ਦੇ ਨਾਲ ਹੀ ਇੱਕ ਹੋਰ ਝਟਕਾ ਦੇਣ ਵਾਲੀ ਖਬਰ ਇਹ ਆਈ ਹੈ ਕਿ ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ 5500 ਅਧਿਆਪਕ ਅਸਤੀਫੇ ਦੇਣਗੇ, ਕਿਉਂਕਿ ਇੰਨੀਆਂ ਘੱਟ ਤਨਖਾਹਾਂ ਤੇ ਸਾਲਾਂ ਤੋਂ ਕੰਮ ਕਰ ਰਹੇ ਨੇ, ਹਾਲੇ ਵੀ ਪੱਕਾ ਨਹੀਂ ਕੀਤਾ ਗਿਆ। ਇਸ ਕਰਕੇ ਉਹ ਹੁਣ ਇੰਨੀ ਘੱਟ ਤਨਖਾਹ ਤੇ ਕੰਮ ਨਹੀਂ ਕਰ ਸਕਦੇ ਤੇ ਇਹਨਾਂ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਮੁੱਖ ਮੰਤਰੀ ਮਾਨ ਨੂੰ ਅਸਤੀਫਾ ਸੌਂਪਣਗੇ। ਸਾਡੀ ਬੇਨਤੀ ਇਹ ਹੈ ਕਿ ਸਾਨੂੰ ਫੌਰਨ ਤੌਰ ਤੇ ਸਾਡੀ ਜਿਹੜੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ। ਜਿਹੜਾ ਚੱਲ ਰਿਹਾ ਰੈਗੂਲਰ ਦਾ ਜੋ ਵੀ ਹੈਗਾ, ਅਸੀਂ ਉਸ ਚੀਜ਼ ਨੂੰ ਸਮਝਦੇ ਹੋਏ ਉਸ ਚੀਜ਼ ਨੂੰ ਅਸੀਂ ਮਤਲਬ ਟਾਈਮ ਦੇਣ ਨੂੰ ਤਿਆਰ ਆ ਸਰਕਾਰ ਨੂੰ, ਪਰ ਸਾਡੀ ਜਿਹੜੀ ਤਨਖਾਹ ਹੈ ਉਹ ਸਾਨੂੰ ਬਹੁਤ ਲੋੜ ਆ। ਸੋ ਸਰਕਾਰ ਤੱਕ ਸਾਡੀ ਇਹ ਡਿਮਾਂਡ ਹੈ ਕਿ ਅਸੀਂ ਸਾਡੀ ਤਨਖਾਹ ਨੂੰ ਮੁੱਖ ਮੁੱਦਾ ਮੰਨ ਕੇ ਕੀਤਾ ਜਾਵੇ, ਪਰ ਸਾਡੀ ਤਨਖਾਹ ਵਾਸਤੇ ਵੀ ਉਹ ਮਤਲਬ ਸਾਨੂੰ ਭਰੋਸਾ ਨਹੀਂ ਦੇ ਰਹੇ ਕਿ ਤੁਹਾਨੂੰ ਤਨਖਾਹ ਅਸੀਂ ਵਧਾਵਾਂਗੇ। ਸੋ ਇਸ ਵਿੱਚ ਅਸੀਂ ਹੁਣ ਇੱਕ ਆਪਦੇ ਸਾਰਿਆਂ ਨਾਲ ਸਾਥੀਆਂ ਨਾਲ ਸਲਾਹ ਕਰਕੇ ਅੱਕੇ ਹੋਏ ਮਤਲਬ ਇਸ ਚੀਜ਼ ਦਾ ਅਸੀਂ ਐਲਾਨ ਕੀਤਾ ਕਿ ਅਸੀਂ 15 ਅਗਸਤ ਨੂੰ ਜਿੱਥੇ ਮੁੱਖ ਮੰਤਰੀ ਪੰਜਾਬ ਦੀ ਝੰਡਾ ਲਹਿਰਾਉਣਗੇ ਅਸੀਂ ਉਹਨਾਂ ਨੂੰ ਆਪਣੇ ਸਮੂਹਿਕ ਤੌਰ ਤੇ ਅਸਤੀਫੇ ਦੇਵਾਂਗੇ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮੀਂਹ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦਾ ਜਾਇਜ਼ਾ ਲੈਣ ਪਹੁੰਚੇ ਆਲ ਇੰਡੀਆ ਕਿਸਾਨ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਪਿੰਡ ਭਾਗਸਰ, ਲਖਮੀਰਿਆਣਾ ਤੇ ਪਿੰਡ ਮਿੱਡਾ ਪਹੁੰਚੇ। ਇਸ ਮੌਕੇ ਮੀਂਹ ਦੇ ਪਾਣੀ ਦੀ ਮਾਰ ਹੇਠ ਆਈ ਫਸਲ ਦਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਹਨਾਂ ਪਿੰਡਾਂ ਵਿੱਚ ਮੀਂਹ ਦੀ ਵੱਡੀ ਮਾਰ ਪਈ ਹੈ ਤੇ ਕਈ ਪਿੰਡਾਂ ਵਿੱਚ ਤਾਂ ਪੂਰੀ ਦੀ ਪੂਰੀ ਫਸਲ ਤਬਾਹ ਹੋ ਗਈ ਹੈ। ਖਹਿਰਾ ਨੇ ਪੀੜਤ ਕਿਸਾਨਾਂ ਲਈ ਸਰਕਾਰ ਤੋਂ 45 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਹੋਏ ਨੁਕਸਾਨ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਸੇਮ ਨਾਲੇ ਬਣੇ ਨੇ, ਸਿਆਸੀ ਰਸੂਖ ਰੱਖਦੇ ਲੋਕਾਂ ਨੇ ਆਪਣੇ ਹਿਸਾਬ ਨਾਲ ਉਹਨਾਂ ਦਾ ਵਹਾਅ ਮੋੜਿਆ। ਤੰਜ ਕੱਸਦਿਆਂ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੇ ਪਿਛਲੀਆਂ ਸਰਕਾਰਾਂ ਤੋਂ ਕੁਝ ਵੱਖਰਾ ਕਰਨਾ ਚਾਹੁੰਦੇ ਨੇ ਤਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ। ਕਿਸਾਨਾਂ ਦੇ ਖਰਾਬ ਹੋਏ ਖੇਤਾਂ ਦੇ ਉੱਤੋਂ ਹੈਲੀਕਾਪਟਰ ਰਾਹੀਂ ਗੇੜਾ ਕੱਢ ਕੇ ਕੁਝ ਨਹੀਂ ਹੋਣਾ। ਅੱਜ ਦੇ ਯੁੱਗ ਵਿੱਚ ਇਸ ਵਕਤ ਵਿੱਚ ਸਿਰਫ ਸਾਡੀ ਭਗਵੰਤ ਸਿੰਘ ਮਾਨ ਕੋਲੋਂ ਬੇਨਤੀ ਆ ਕਿ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਬਣਦਾ ਮੁਆਵਜ਼ਾ ਦੇ ਦਿਓ ਤੇ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਕਹੋ ਕਿ ਇੱਥੇ ਪੰਪ ਲਾਉਣ, ਸਰਕਾਰੀ ਪੰਪ ਭਾਵਾਂ ਇੱਥੇ ਇੱਕ ਦਿਨ ਵਿੱਚ ਲਿਆ ਕੇ, ਜੇ ਤੁਹਾਨੂੰ ਮੈਂ ਗੱਲ ਦੱਸਾਂ, ਜੇ ਗਵਰਨਮੈਂਟ ਚਾਹਵੇ ਆ ਜਿੰਨਾ ਤੁਹਾਡਾ ਪਾਣੀ ਖੜਾ ਨਾ ਇੱਥੇ, ਇਹਨੂੰ 48 ਘੰਟਿਆਂ 'ਚ ਕੱਢ ਸਕਦੀ ਆ ਜੇ ਗਵਰਨਮੈਂਟ ਦੀ ਮਨਸ਼ਾ ਹੋਵੇ। ਔਰ ਮੈਨੂੰ ਅਫਸੋਸ ਹੈ ਕਿ ਇੱਥੋਂ ਦੇ ਮਿਨਿਸਟਰ ਵੀ ਨੇ, ਇੱਕ ਤਾਂ ਹੁੰਦਾ ਨਾ ਕਿ ਸਧਾਰਨ ਐਮਐਲਏ, ਇੱਥੋਂ ਦੇ ਮਿਨਿਸਟਰ ਨੇ ਉਹ, ਇਹ ਉਹਨਾਂ ਦਾ ਫਾਇਦਾ। ਮੇਰੀ ਉਹ ਭੈਣ ਆ, ਮੈਂ ਉਹਨੂੰ ਭੈਣ ਜੀ ਨੂੰ ਕਹਿਣਾ ਚਾਹੁੰਦਾ ਕਿ ਭੈਣ ਜੀ ਇਹਦੇ ਤੇ ਧਿਆਨ ਕਰੋ। 13 ਅਗਸਤ ਨੂੰ ਸਿੱਧੂ ਮੂਸੇਵਾਲੇ ਦੇ ਕਤਲकांड ਨੂੰ ਵਾਪਰੇ ਹੋਏ ਪੂਰੇ 75 ਦਿਨ ਹੋ ਗਏ, ਪਰ ਅਫਸੋਸ ਦੀ ਗੱਲ ਹੈ ਕਿ 75ਵੇਂ ਦਿਨ ਸ਼ੁਭਦੀਪ ਸਿੰਘ ਦੇ ਕਤਲकांड ਦੇ ਨਾਲ ਜੁੜੀ ਕੋਈ ਵੱਡੀ ਅਪਡੇਟ ਨਹੀਂ ਮਿਲ ਸਕੀ ਹੈ। ਹਾਲਾਂਕਿ ਪੰਜਾਬ ਪੁਲਿਸ ਲਗਾਤਾਰ ਇਸ ਕੇਸ ਦੀ ਜਾਂਚ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਨਾ ਹੀ ਤਾਂ ਪੂਰੇ ਹਥਿਆਰ ਜ਼ਬਤ ਹੋਏ ਨੇ ਤੇ ਨਾ ਹੀ ਜਿਹੜਾ ਦੀਪਕ ਮੁੰਡੀ ਨਾਮ ਦਾ ਸ਼ਾਰਪ ਸ਼ੂਟਰ ਹਾਲੇ ਤੱਕ ਫਰਾਰ ਹੈ ਉਹ ਪੁਲਿਸ ਦੇ ਹੱਥ ਲੱਗਿਆ ਹੈ। ਪਰ ਗੈਂਗਸਟਰਾਂ ਦੇ ਨਾਲ ਜੁੜੀ ਇੱਕ ਖਬਰ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ। NIA ਨੇ ਪਾਕਿਸਤਾਨ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨੂੰ ਫੜਨ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਹਰਵਿੰਦਰ ਰਿੰਦਾ ਕਤਲ ਦੇ ਕਈ ਮਾਮਲਿਆਂ ਦੇ ਵਿੱਚ ਲੋੜੀਂਦਾ ਹੈ ਤੇ ਉਸ ਖਿਲਾਫ ਦੇਸ਼ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਵੀ ਲੱਗੇ ਨੇ। ਪਾਕਿਸਤਾਨ ਤੋਂ ਨਸ਼ੇ ਤੇ ਹਥਿਆਰਾਂ ਦੀ ਸਪਲਾਈ ਦੇ ਵੀ ਕਈ ਕੇਸਾਂ ਵਿੱਚ ਉਸ ਦਾ ਨਾਮ ਬੋਲਦਾ ਹੈ। ਪੰਜਾਬ 'ਚ ਗੈਂਗਸਟਰਾਂ ਦੀ ਮਦਦ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਕਈ ਵਾਰੀ ਉਸ ਨੂੰ ਨਾਮਜ਼ਦ ਕੀਤਾ ਹੈ। ਇਸ ਵਕਤ ਉਹ ਪਾਕਿਸਤਾਨ ਦੇ ਵਿੱਚ ਲੁਕਿਆ ਬੈਠਾ ਹੈ ਤੇ NIA ਨੇ ਮੋਬਾਈਲ ਨੰਬਰ ਵੀ ਜਾਰੀ ਕੀਤੇ ਨੇ ਜਿਸ ਤੇ ਤੁਸੀਂ ਜਾਣਕਾਰੀ ਦੇ ਸਕਦੇ ਹੋ। ਪੁਲਿਸ ਮੁਤਾਬਿਕ ਚੰਡੀਗੜ੍ਹ ਦੇ ਵਿੱਚ 2016 ਦੇ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੇ ਵਿੱਚ ਰਿੰਦਾ ਨੇ ਗੋਲੀਬਾਰੀ ਕੀਤੀ ਸੀ। ਉਸ ਤੋਂ ਬਾਅਦ 2018 ਦੇ ਵਿੱਚ ਉਸਨੇ ਪਰਮੇਸ਼ ਵਰਮਾ ਤੇ ਗੋਲੀਆਂ ਚਲਾਈਆਂ ਸਨ। ਸੈਕਟਰ 36 ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੁਸ਼ਿਆਰਪੁਰ ਦੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਐਨਆਈਏ ਤੋਂ ਇਲਾਵਾ ਰਿੰਦਾ ਚੰਡੀਗੜ੍ਹ ਪੁਲਿਸ ਨੂੰ ਵੀ ਲੋੜੀਂਦਾ ਹੈ, ਜਿਸ ਵਾਰੀ ਚੰਡੀਗੜ੍ਹ ਪੁਲਿਸ ਨੇ 50,000 ਦਾ ਨਗਦ ਇਨਾਮ ਵੀ ਐਲਾਨਿਆ ਹੋਇਆ ਹੈ। ਟੀਮ ਨੇ ਫੋਨ ਨੰਬਰ ਵੀ ਜਾਰੀ ਕੀਤੇ ਨੇ ਤੇ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ। ਪੰਜਾਬ ਦੇ ਵਿੱਚ ਲੰਪੀ ਸਕਿਨ ਦੀ ਬਿਮਾਰੀ ਲਗਾਤਾਰ ਫੈਲ ਰਹੀ ਹੈ। ਇਸ ਦਰਮਿਆਨ ਕਿਰਤੀ ਕਿਸਾਨ ਯੂਨੀਅਨ ਨੇ ਮਰ ਰਹੇ ਪਸ਼ੂਆਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਤੇ ਪਸ਼ੂ ਪਾਲਣ ਸੰਬੰਧੀ ਸਰਕਾਰ ਦੀ ਨੀਤੀ ਦੇ ਵਿੱਚ ਲੋੜੀਂਦੇ ਬਦਲਾਅ ਦੇ ਲਈ 28 ਅਗਸਤ ਨੂੰ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਘਰ ਵੱਲ ਮੁਜ਼ਾਹਰਾ ਕਰਕੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਨੇ ਸ਼ਨੀਚਰਵਾਰ ਨੂੰ ਇਹ ਐਲਾਨ ਸੂਬਾ ਪੱਧਰੀ ਮੀਟਿੰਗ ਦੇ ਵਿੱਚ ਕੀਤਾ। ਹਾਦਸੇ ਦੇ ਨਾਲ ਜੁੜੀ ਖਬਰ ਹੈ। ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ ਤੇ ਸ਼ੁੱਕਰਵਾਰ ਰਾਤ ਨੂੰ ਕਰੀਬ 10 ਵਜੇ ਕਾਰ ਅਤੇ ਕੈਂਟਰ ਦੀ ਟੱਕਰ ਵਿੱਚ ਕਾਰ 'ਚ ਸਵਾਰ 1 ਸਾਲ ਦੇ ਬੱਚੇ ਸਮੇਤ 3 ਜਣਾਂ ਦੀ ਮੌਤ ਹੋ ਗਈ, 4 ਹੋਰ ਜ਼ਖਮੀ ਹੋ ਗਏ। ਹਾਦਸੇ ਵਿੱਚ ਕਾਰ 'ਚ ਸਵਾਰ ਰਵਿੰਦਰ ਸਿੰਘ ਦੀ ਉਮਰ 38 ਸਾਲ, ਉਸ ਦੀ ਪਤਨੀ 32 ਸਾਲ ਦੀ ਤੇ 1 ਸਾਲ ਦਾ ਉਹਨਾਂ ਦਾ ਬੱਚਾ ਸੀ। ਇਹਨਾਂ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਹਰਜੀਤ ਕੌਰ 54 ਸਾਲ ਦੀ ਉਮਰ, ਇੱਕ 30 ਸਾਲ ਦੀ ਹੋਰ ਨੌਜਵਾਨ ਲੜਕੀ, ਇੱਕ ਸੌਰਵ 33 ਸਾਲ ਦਾ ਤੇ ਬੱਚਾ 6 ਸਾਲ ਦਾ, ਇਹ ਸਾਰੇ ਜ਼ਖਮੀ ਨੇ। ਹਸਪਤਾਲ ਗੜਸ਼ੰਕਰ ਦੇ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ। ਕੈਂਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਖਬਰ ਹੈ, ਜਿੱਥੇ ਇੱਕ ਕੈਦੀ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੂੰ ਭਿਣਕ ਤੱਕ ਨਹੀਂ ਲੱਗੀ। ਕੈਦੀ ਦੀ ਪਛਾਣ ਮਨਿੰਦਰ ਸਿੰਘ ਉਰਫ ਗੋਨਾ ਵਜੋਂ ਹੋਈ ਹੈ ਤੇ ਇਹ ਇੱਕ ਕੇਸ ਕਾਰਨ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ। ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ। ਫਰਾਰ ਹੋਣ ਦਾ ਪਤਾ ਵੀ ਉਦੋਂ ਲੱਗਿਆ ਜਦੋਂ ਕੈਦੀ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਣ ਵਾਸਤੇ ਜੇਲ੍ਹ ਕਰਮਚਾਰੀ ਬੈਰਕ ਪੁੱਜੇ, ਪਰ ਉਹਨਾਂ ਨੂੰ ਉੱਥੇ ਮਿਲਿਆ ਹੀ ਨਹੀਂ। ਪੁਲਿਸ ਨੇ ਪੂਰੀ ਜੇਲ੍ਹ 'ਚ ਭਾਲਿਆ, ਪਰ ਉਹਦਾ ਕੁਝ ਪਤਾ ਨਹੀਂ ਲੱਗਿਆ। ਫਿਰ ਪੁਲਿਸ ਅਧਿਕਾਰੀਆਂ ਦੇ ਹੋਸ਼ ਉੱਡੇ ਜਦੋਂ ਜੇਲ੍ਹ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ। ਕੈਦੀ ਨੂੰ ਛੱਤ ਤੇ ਚੜ੍ਹ ਕੇ ਫਰਾਰ ਹੁੰਦੇ ਹੋਏ ਉਹਦੇ ਵਿੱਚ ਦੇਖਿਆ ਜਾ ਸਕਦਾ ਸੀ। ਕੈਦੀ ਨੂੰ ਮੁੜ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਇੱਕ ਵਾਰੀ ਫਿਰ ਜੇਲ੍ਹ ਦੀ ਸੁਰੱਖਿਆ ਵਿਵਸਥਾ ਤੇ ਸਵਾਲੀਆ ਚਿੰਨ੍ਹ ਲੱਗ ਗਏ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਦੇ ਵਿੱਚੋਂ ਜਿੱਤ ਕੇ ਪਰਤੇ ਖਿਡਾਰੀਆਂ ਨੂੰ ਕਿਹਾ ਕਿ ਭਾਰਤੀ ਖੇਡਾਂ ਦਾ ਸੁਨਹਿਰੀ ਦੌਰ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ। ਭਾਰਤ ਦੇ ਸਾਰੇ ਖਿਡਾਰੀ ਕੁੱਲ 61 ਤਗਮੇ ਜਿੱਤ ਕੇ ਵਾਪਸ ਪਰਤੇ ਨੇ ਤੇ ਇਸ ਮੌਕੇ ਪ੍ਰਧਾਨ ਮੰਤਰੀ ਨੇ ਸਾਰੇ ਭਾਰਤੀ ਖਿਡਾਰੀਆਂ ਨੂੰ ਹੌਸਲਾ ਦਿੱਤਾ। बॉक्सिंग हो, जूडो हो, कुश्ती हो, जिस प्रकार बेटियों ने डोमिनेट किया वो अद्भुत है। नीतू ने तो प्रतिद्वंदियों को मैदान छोड़ने पर ही मजबूर कर दिया। हरमनप्रीत के नेतृत्व में पहली बार नहीं क्रिकेट में बेहतरीन प्रदर्शन किया है। सभी खिलाड़ियों का प्रदर्शन बेहतरीन रहा है, लेकिन रेणुका की स्विंग का तोड़ किसी के पास अभी भी नहीं है। दिग्गजों के बीच टॉप विकेट टेकर रहना कोई कम उपलब्धि नहीं है। इनके चेहरे पर भले ही शिमला की शांति रहती हो, पहाड़ों की मासूम मुस्कान रहती हो, लेकिन उनका एग्रेशन बड़े बड़े बैटर्स के हौसले पस्त कर देता है। ਪ੍ਰੀਖਿਆ ਕੇਂਦਰ ਉਮੀਦਵਾਰਾਂ ਦੀ ਪਸੰਦ ਦੇ ਸ਼ਹਿਰ ਮੁਤਾਬਿਕ ਬਣਾਏ ਜਾਣ ਦੀ ਸਹੂਲਤ ਦੇਣ ਲਈ ਕੇਂਦਰੀ ਯੂਨੀਵਰਸਿਟੀ ਪ੍ਰਵੇਸ਼ ਪ੍ਰੀਖਿਆ ਗ੍ਰੈਜੂਏਟ ਯਾਨੀ ਕਿ CUET UG ਪ੍ਰੀਖਿਆ ਦੇ ਚੌਥੇ ਗੇੜ ਵਿੱਚ ਬੈਠਣ ਵਾਲੇ 11,000 ਉਮੀਦਵਾਰਾਂ ਦੀ ਪ੍ਰੀਖਿਆ ਨੂੰ 30 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ। ਇਹ ਪ੍ਰੀਖਿਆ ਚੌਥੇ ਗੇੜ ਦੀ ਪ੍ਰੀਖਿਆ ਸੀ, 17 ਤੋਂ 20 ਅਗਸਤ ਤੱਕ ਹੋਣੀ ਸੀ। ਇਹਦੇ ਵਿੱਚ 4.25 ਲੱਖ ਉਮੀਦਵਾਰ ਬੈਠਣੇ ਸੀ। NTA ਜਿਹੜੀ ਕਿ ਪ੍ਰੀਖਿਆ ਕਰਵਾਉਣ ਦੇ ਲਈ ਜ਼ਿੰਮੇਦਾਰ ਏਜੰਸੀ ਹੈ, ਉਸਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਸਾਰੇ ਗੇੜਾਂ ਦੀ ਪ੍ਰੀਖਿਆ 28 ਅਗਸਤ ਨੂੰ ਖਤਮ ਹੋਏਗੀ, ਪਰ ਹੁਣ ਇਸ ਨੂੰ 30 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। UGC ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੂਬੇ ਦੇ ਪੁਲਿਸ ਅਧਿਕਾਰੀਆਂ ਤੇ 2 ਵੱਡੀਆਂ ਕਾਰਵਾਈਆਂ ਕੀਤੀਆਂ ਨੇ। ਗ੍ਰਹਿ ਮੰਤਰੀ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਵਾਸਤੇ ਰੋਹਤਕ ਪਹੁੰਚੇ ਸੀ। ਇਸ ਦੌਰਾਨ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਹੀ ਉਹਨਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ। ਪਰ ਇਸ ਦਰਮਿਆਨ ਕੁਝ ਪੁਲਿਸ ਮੁਲਾਜ਼ਮਾਂ ਦੀ ਲਾਪਰਵਾਹੀ ਦੀ ਸ਼ਿਕਾਇਤ ਮਿਲਣ ਤੇ ਅਨਿਲ ਵਿਜ ਭੜਕ ਪਏ ਤੇ ਇੱਕ ਪੁਲਿਸ ਚੌਕੀ ਦੇ ਸਾਰੇ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੇ ਵਿੱਚ PCR ਵੈਨ 'ਚ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਸ਼ਿਕਾਇਤ ਮੁਤਾਬਿਕ PCR ਮੁਲਾਜ਼ਮਾਂ ਨੇ ਰਾਤ ਨੂੰ ਪੀੜਤ ਵਿਅਕਤੀ ਦੇ ਘਰ 'ਚ ਜਾ ਕੇ ਨੋਟਿਸ ਚਿਪਕਾਇਆ, ਵੀਡੀਓਗ੍ਰਾਫੀ ਵੀ ਕੀਤੀ, ਜਦਕਿ ਕਾਨੂੰਨ ਮੁਤਾਬਿਕ ਦਿਨ ਵੇਲੇ ਅਜਿਹੀ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਮਾਮਲੇ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਨੂੰ ਸੁਖਪੁਰਾ ਪੁਲਿਸ ਚੌਕੀ ਵਿੱਚ ਰਾਤ ਸਮੇਂ ਨਜਾਇਜ਼ ਤੌਰ ਤੇ ਬੰਦ ਰੱਖਿਆ ਗਿਆ। ਸਾਰੇ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਧੁੱਤ ਸਨ। ਅਨਿਲ ਵਿਜ ਨੇ ਸਟੇਟ ਕ੍ਰਾਈਮ ਬ੍ਰਾਂਚ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਤੇ ਇੱਥੇ ਤਾਇਨਾਤ ਵੀ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਉਹਨਾਂ ਨੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਨੂੰ ਸਖਤ ਹਦਾਇਤਾਂ ਦਿੰਦਿਆਂ ਕਿਹਾ ਕਿ ਕਿਸੇ ਵੀ ਪੱਧਰ ਤੇ ਅਣਗਹਿਲੀ ਜਾਂ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਊਗੀ। ਜੋ ਵੀ ਦੋਸ਼ੀ ਪਾਇਆ ਜਾਊਗਾ ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ। ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੇ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸੈਯਦ ਸਲਾਹੁਦੀਨ ਦੇ ਪੁੱਤਰ ਤੇ ਫੰਡਿੰਗ ਦੋਸ਼ੀ ਬਿੱਟਾ ਕਰਾਤੇ ਦੀ ਪਤਨੀ ਸਮੇਤ ਆਪਣੇ 4 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਸਾਰੇ 4 ਕਰਮਚਾਰੀਆਂ ਨੂੰ ਸੰਵਿਧਾਨ ਦੀ ਧਾਰਾ 311 ਦੇ ਤਹਿਤ ਨੌਕਰੀ ਚੋਂ ਕੱਢਿਆ ਗਿਆ ਹੈ। ਅਧਿਕਾਰੀਆਂ ਮੁਤਾਬਿਕ ਫਾਰੂਕ ਅਹਿਮਦ ਡਾਰ ਉਰਫ ਬਿੱਟਾ ਕਰਾਤੇ ਇਸ ਸਮੇਂ ਅੱਤਵਾਦੀ ਫੰਡਿੰਗ ਮਾਮਲੇ
ਮਾਮਲਿਆਂ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਹੈ। ਅਗਲੀ ਖਬਰ ਵੀ ਜੰਮੂ ਕਸ਼ਮੀਰ ਤੋਂ ਹੀ ਹੈ, ਜਿੱਥੇ ਸਰਕਾਰ ਨੇ ਜੰਮੂ ਕਸ਼ਮੀਰ ਕੇਡਰ ਦੇ 2010 ਬੈਚ ਦੇ IAS ਟੌਪਰ ਸ਼ਾਹ ਫੈਸਲ ਨੂੰ ਬਹਾਲ ਕਰਨ ਤੇ ਕੇਂਦਰੀ ਸੈਰ ਸਪਾਟਾ ਮੰਤਰਾਲੇ ਦੇ ਵਿੱਚ ਡਿਪਟੀ ਸਕੱਤਰ ਵਜੋਂ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਨੇ। ਅਮਲੇ ਅਤੇ ਸਿਖਲਾਈ ਵਿਭਾਗ ਨੇ ਇਸ ਫੈਸਲੇ ਨੂੰ ਬਹਾਲ ਕੀਤਾ ਹੈ। 15 ਅਗਸਤ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਤੁਹਾਨੂੰ ਦੱਸਦੇ ਨੇ ਹਾਂ। ਮੁਲਕ ਦੇ ਵਿੱਚ ਦੇਸ਼ ਦੀ ਵੰਡ, ਜਿਸ ਨੂੰ ਸਰਕਾਰਾਂ ਦੇਸ਼ ਦੀ ਆਜ਼ਾਦੀ ਕਹਿੰਦੀਆਂ ਨੇ, ਉਹਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦਾ ਅੰਮ੍ਰਿਤਸਰ ਮਹੋਤਸਵ ਵਜੋਂ ਮਨਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੇਕ ਭਾਰਤ ਵਾਸੀ ਨੂੰ ਆਪਣੇ ਘਰ ਉੱਤੇ 13 ਤੋਂ 15 ਅਗਸਤ ਤੱਕ ਤਿਰੰਗੇ ਲਹਿਰਾਉਣ ਦਾ ਸੰਦੇਸ਼ ਜਾਰੀ ਕੀਤਾ ਹੈ, ਯਾਨੀ ਕਿ ਸ਼ਨੀਚਰਵਾਰ ਤੋਂ ਲੈ ਕੇ ਸੋਮਵਾਰ ਤੱਕ। ਤੇ ਇਸ ਮੌਕੇ 13 ਅਗਸਤ ਨੂੰ ਸਿਟੀ ਬਿਊਟੀਫੁਲ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਾਸੀਆਂ ਨੇ ਇੱਕ ਵੱਖਰੀ ਪਹਿਲ ਕਰਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਚੰਡੀਗੜ੍ਹ ਦੇ ਸੈਕਟਰ 16 ਦੇ ਸਟੇਡੀਅਮ ਦਾ ਇਹ ਨਜ਼ਾਰਾ ਤੁਸੀਂ ਦੇਖ ਸਕਦੇ ਹੋ, ਜਿੱਥੇ ਮਨੁੱਖੀ ਝੰਡਾ ਬਣਾ ਕੇ ਦੇਸ਼ ਭਗਤੀ ਦੀ ਇੱਕ ਵਿਲੱਖਣ ਉਦਾਹਰਨ ਪੇਸ਼ ਕੀਤੀ। ਵਰਲਡ ਰਿਕਾਰਡ ਸਥਾਪਿਤ ਕਰਨ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੇ NIA ਫਾਊਂਡੇਸ਼ਨ ਨੇ ਖਾਸ ਯੋਗਦਾਨ ਪਾਇਆ ਹੈ ਤੇ ਮਨੁੱਖੀ ਝੰਡਾ ਬਣਾਉਂਦੇ ਹੋਏ ਵਿਦਿਆਰਥੀਆਂ ਨੇ ਹਵਾ ਵਿੱਚ ਉੱਡਦੇ ਤਿਰੰਗੇ ਦੀ ਆਕ੍ਰਿਤੀ ਬਣਾਈ ਹੈ। ਇਸ ਮੌਕੇ ਉਹਨਾਂ ਨੇ ਝੰਡੇ ਵਾਲੇ ਰੰਗ ਹੀ ਪਾਏ ਹੋਏ ਸਨ। ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਤੇ UT ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸ਼ਾਮਿਲ ਹੋਏ। ਕੇਂਦਰੀ ਵਿਦੇਸ਼ ਰਾਜ ਮੰਤਰੀ मीनाक्षी लेखी ने भी गेस्ट ऑफ ऑनर ਦੇ ਵਜੋਂ शिरकत की। और आज हर घर तिरंगा के पहले दिन वर्ल्ड रिकॉर्ड स्थापित किया जा चुका है। चंडीगढ़ यूनिवर्सिटी NID फाउंडेशन के आह्वान पे ये काम हुआ है। UT एडमिनिस्ट्रेशन का हमें सहयोग रहा है और हमें लगा कि आज हमने भी अपनी थोड़ी बहुत जो हमारी कंट्रीब्यूशन थी हर घर तिरंगा की कैंपेन में, उन शहीदों के सत्कार में 13,500 लोगों ने शहादत दी है देश को आज़ाद कराने के लिए। और हमारी एक कोशिश थी और आज उसका रिज़ल्ट आपके सामने है कि हमारे यूथ में एक नई तरह का जज्बा, एक नए तरह की स्पिरिट जो है देश के प्रति आपके सामने देखने को मिली है। और मुझे लगता है कि सबसे ज़रूरी है कि आने वाले 25 साल जिस यूथ के फ्यूचर के साथ जुड़े हुए हैं, अमृतकाल में देश जा रहा है, उनको अपने देश के गर्व के साथ जोड़ना, तिरंगे के साथ जोड़ना बहुत ज़रूरी था। और मेरा ख्याल है कि हर घर तिरंगा कैंपेन ने पूरे हिंदुस्तान को, पूरे भारत को एक विचारधारा के साथ बांध दिया है। देखिए, कुछ लोग जो भी राजनीति अपनी खड़ी करना चाहते हैं जिस भी तरीके की, वो उनको मुबारक, मगर मेरे बच्चों की उम्र आज भगत सिंह की उम्र से ज़्यादा है। जिस उम्र में भगत सिंह शहीद हुए, 22-23 साल की उम्र में वो शहीद हुए, जो देश के लिए मरने मिटने वाले हैं, उनका नाम वतन के हर दिल वाले के मन में लिखा हुआ है। 2-4-5 लोगों ने जो बोलना है वो बोलते रहे, लेकिन भगत सिंह की शहादत को ये देश कभी भुला नहीं सकता। और मुझे ऐसी ही मानसिकता का पता है जिसकी वजह से हुसैनी वाला को कभी उसका जो सम्मान मिलना चाहिए था वो नहीं मिल पाया, लेकिन हुसैनी वाला वो स्थान है। और आज भारत की युवा पीढ़ी को मैं बताना चाहती हूँ कि हुसैनी वाला वो स्थान है जहाँ पर सुखदेव, राजगुरु भगत सिंह के फांसी देने के बाद उनके मृत शरीर के टुकड़े करके बोरियों में डालकर, मिट्टी का तेल डालकर अंग्रेज़ों ने आग लगाने की कोशिश की थी। इसका मतलब सिर्फ ये है कि हुसैनी वाला का जो मान सम्मान और जो स्थापना करनी थी, उसमें सेंटर ने बड़े मान सम्मान, विनम्रता के साथ कहना चाहती हूँ कि वो पैसा सेंटर का था। और हुसैनी वाला स्मारक बनाने में भारत सरकार की पूरी भूमिका थी। मैं फिरोजपुर जब गई हूँ, मैं हुसैनी वाला पहले जाती हूँ। 13 ਅਗਸਤ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਆਪਣੀ ਰਿਹਾਇਸ਼ ਤੇ ਤਿਰੰਗਾ ਲਹਿਰਾ ਦਿੱਤਾ ਤੇ ਨਾਗਰਿਕਾਂ ਨੂੰ ਵੀ ਅਜਿਹਾ ਕਰਨ ਦੇ ਲਈ ਕਿਹਾ। ਸ਼ਾਹ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਮੌਕੇ ਉਹਨਾਂ ਦੀ ਪਤਨੀ ਸੋਨਲ ਸ਼ਾਹ ਵੀ ਮੌਜੂਦ ਸੀ। ਤੇ ਇੱਕ ਵੱਡੀ ਜਾਣਕਾਰੀ ਇਹ ਹੈ ਕਿ RSS ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪ੍ਰੋਫਾਈਲ ਤਸਵੀਰ ਭਗਵੇਂ ਝੰਡੇ ਨੂੰ ਬਦਲ ਕੇ ਤਿਰੰਗਾ ਲਾ ਦਿੱਤੀ ਹੈ। ਕਾਂਗਰਸ ਪਾਰਟੀ ਨੇ ਕਾਫੀ ਤਾਨੇ ਮਿਹਣੇ ਦਿੱਤੇ ਸੀ RSS ਨੂੰ, BJP ਨੂੰ ਵੀ ਦਿੱਤੇ ਸੀ, ਪਰ ਆਖਿਰਕਾਰ ਹੁਣ RSS ਨੇ ਤਿਰੰਗਾ ਲਹਿਰਾ ਹੀ ਦਿੱਤਾ ਹੈ। ਕਾਂਗਰਸ ਕਹਿੰਦੀ ਸੀ ਕਿ ਭਗਵਾਂ ਲਹਿਰਾ ਕੇ ਪਹਿਲਾਂ ਤੁਹਾਡੀ RSS ਦਾ ਤਿਰੰਗਾ ਲਹਿਰਾਏ, ਬਾਕੀ ਅਸੀਂ ਤਾਂ ਦੇਸ਼ ਨੂੰ ਪਿਆਰ ਕਰਦੇ ਹਾਂ। ਉਧਰ ਪੰਜਾਬ ਦੇ ਵਿੱਚ ਸੰਗਰੂਰ ਤੋਂ MP ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 15 ਅਗਸਤ ਦੇ ਦਿਨ ਤਿਰੰਗੇ ਦੀ ਥਾਂ ਤੇ ਕੇਸਰੀ ਨਿਸ਼ਾਨ ਸਾਹਿਬ, ਕੇਸਰੀ ਝੰਡੇ ਚਲਾਉਣ ਦਾ ਜਿਹੜਾ ਸੱਦਾ ਦਿੱਤਾ ਹੈ, ਉਸ ਨੂੰ ਲੈ ਕੇ ਵੀ ਕਾਫੀ ਵਿਵਾਦ ਚੱਲ ਰਿਹਾ ਹੈ। ਕਾਫੀ ਇਤਰਾਜ਼ ਨੇ ਜਿਹੜੇ ਉਹ ਜਿਹੜੇ ਸਿਆਸੀ ਲੋਕ ਨੇ ਉਹ ਚੁੱਕ ਰਹੇ ਨੇ। ਇਸੇ ਦਰਮਿਆਨ ਅਦਾਕਾਰ ਯੋਗਰਾਜ ਸਿੰਘ ਨੇ ਵੀ ਸਵਾਲ ਚੁੱਕੇ ਨੇ। ਤਿੱਖੀ ਨੁਕਤਾਚੀਨੀ ਕਰਦੇ ਹੋਏ ਯੋਗਰਾਜ ਸਿੰਘ ਨੇ ਕਿਹਾ ਕਿ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਤਾਂ ਕਾਲੇ ਪਾਣੀ ਭੇਜ ਦਿੰਦਾ।
ਕਹਿੰਦੇ 15 ਅਗਸਤ ਨੂੰ ਤਿਰੰਗੇ ਹੀ ਲਹਿਰਾਉਣੇ ਚਾਹੀਦੇ ਨੇ। ਮੈਂ ਹੈਰਾਨ ਆ ਕਹਿੰਦੇ ਇਸ ਤਰ੍ਹਾਂ ਦੇ ਬੰਦਿਆਂ ਤੇ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ। ਯੋਗਰਾਜ ਨੇ ਸਿਮਰਨਜੀਤ ਮਾਨ ਤੇ ਸਿੱਖਾਂ ਨੂੰ ਆਪਸ ਵਿੱਚ ਵੰਡਣ ਦਾ ਇਲਜ਼ਾਮ ਲਾਇਆ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਧੰਨਵਾਦ।